Good morning student. Today in this video we will study about Corashi's law. Let's talk about it. At infinite dilution, when the dissociation is complete, each ion of the electrolyte makes a definite contribution towards the molar conductivities of the electrolyte irrespective of the other ion with which it is associated. Corashi's law ਸਾਨੂੰ ਕੀ ਦੱਸਦਾ ਹੈ ਕਿ ਜਦੋਂ ਸੋਲਿਊਸ਼ਨ ਇਨਫਾਈਨਾਈਟ ਡਾਇਲੂਟ ਹੈ, ਇੱਥੇ ਇਨਫਾਈਨਾਈਟ ਡਾਇਲੂਟ ਦਾ ਕੀ ਮਤਲਬ ਹੈ ਕਿ ਅਸੀਂ ਸੋਲਿਊਸ਼ਨ ਵਿੱਚ ਬਹੁਤ ਸਾਰਾ ਪਾਣੀ ਐਡ ਕੀਤਾ ਹੋਇਆ ਔਰ ਇਹਦੀ ਕੰਸਨਟ੍ਰੇਸ਼ਨ ਜਿਹੜੀ ਹੈ 0 ਨੂੰ ਅਪਰੋਚ ਕਰ ਰਹੀ ਹੈ। ਉਦੋਂ ਕੀ ਹੋਏਗਾ, ਉਦੋਂ ਜਿਹੜਾ ਵੀ ਇਲੈਕਟ੍ਰੋਲਾਈਟ ਅਸੀਂ ਉਸ ਸੋਲਿਊਸ਼ਨ ਦੇ ਵਿੱਚ ਡਿਸੋਲਵ ਕੀਤਾ ਹੈ, ਚਾਹੇ ਉਹ ਸਟਰੋਂਗ ਨੇਚਰ ਦਾ ਚਾਹੇ ਵੀਕ ਨੇਚਰ ਦਾ, ਉਹ ਆਪਣਾ ਅਲੱਗ ਤੋਂ ਕੰਟਰੀਬਿਊਟ ਕਰੇਗਾ ਮੋਲਰ ਕੰਡਕਟਿਵਿਟੀ ਉਸ ਸੋਲਿਊਸ਼ਨ ਦੀ ਨੂੰ ਇਨਕਰੀਜ਼ ਕਰਨ ਵਾਸਤੇ। ਇਹਨੂੰ ਅਸੀਂ ਬੋਲਦੇ ਹਾਂ ਕੋਰਾਸ਼ੀਅਸ ਲੋ। ਫੋਰ ਐਗਜ਼ਾਮਪਲ, ਮੰਨ ਲਓ ਕਿ ਅਸੀਂ ਸੋਲਿਊਸ਼ਨ ਦੇ ਵਿੱਚ ਪੋਟਾਸ਼ੀਅਮ ਕਲੋਰਾਈਡ ਜਿਹੜਾ ਇਲੈਕਟ੍ਰੋਲਾਈਟ ਉਹ ਡਿਸੋਲਵ ਕੀਤਾ ਹੋਇਆ। ਹੁਣ ਪੋਟਾਸ਼ੀਅਮ ਕਲੋਰਾਈਡ ਦੇ ਵਿੱਚ ਪੋਟਾਸ਼ੀਅਮ ਪੋਜ਼ਿਟਿਵ ਯਾਨੀ ਕਿ ਕੇ ਪੋਜ਼ਿਟਿਵ ਸਾਡਾ ਕੇਟਾਇਨ ਹੈ, Cl ਨੈਗੇਟਿਵ ਐਨਾਇਨ ਹੈ। ਕੇ ਪੋਜ਼ਿਟਿਵ ਕਰਕੇ ਉਸ ਸੋਲਿਊਸ਼ਨ ਦੀ ਅਲੱਗ ਤੋਂ ਮੋਲਰ ਕੰਡਕਟਿਵਿਟੀ ਹੋਏਗੀ ਔਰ Cl ਨੈਗੇਟਿਵ ਕਰਕੇ ਅਲੱਗ ਤੋਂ ਮੋਲਰ ਕੰਡਕਟਿਵਿਟੀ ਹੋਏਗੀ ਔਰ ਇਹਨਾਂ ਦੋਵਾਂ ਦਾ ਸਮ ਹੋਏਗਾ ਜਿਹੜਾ ਉਹ ਪੂਰੇ ਸੋਲਿਊਸ਼ਨ ਦੀ ਮੋਲਰ ਕੰਡਕਟਿਵਿਟੀ ਹੋਏਗੀ। ਇਹਨੂੰ ਅਸੀਂ ਮੈਥਮੈਟਿਕਲੀ ਇਸ ਤਰ੍ਹਾਂ ਵੀ ਸ਼ੋ ਕਰ ਸਕਦੇ ਹਾਂ। ਲੈਮਡਾ ਨੋਟ ਇਟ ਇਜ਼ ਦਾ ਮੋਲਰ ਕੰਡਕਟਿਵਿਟੀ ਐਟ ਇਨਫਾਈਨਾਈਟ ਡਾਇਲੂਸ਼ਨ। ਨਿਊ ਪੋਜ਼ਿਟਿਵ ਜਿਹੜਾ ਇੱਥੇ ਕੇਟਾਇਨ ਨੂੰ ਰਿਪਰੈਜ਼ੈਂਟ ਕਰ ਰਿਹਾ, ਨਿਊ ਨੈਗੇਟਿਵ ਐਨਾਇਨ ਨੂੰ ਰਿਪਰੈਜ਼ੈਂਟ ਕਰ ਰਿਹਾ। ਲੈਮਡਾ ਨੋਟ ਪੋਜ਼ਿਟਿਵ ਐਂਡ ਲੈਮਡਾ ਨੋਟ ਨੈਗੇਟਿਵ, these are the limiting ionic molar conductivities of the solution। ਇਹਨਾਂ ਨੂੰ ਅਸੀਂ ਮੈਥਮੈਟਿਕਲੀ ਕਿਵੇਂ ਲਿਖਣਾ, NaCl ਨੂੰ ਇਸ ਇਕੁਏਸ਼ਨ ਨਾਲ ਐਵੇਂ ਹੀ ਰਿਪਰੈਜ਼ੈਂਟ ਕਰਾਂਗੇ। ਜਦੋਂ ਅਸੀਂ ਲੈਮਡਾ ਨੋਟ ਯਾਨੀ ਕਿ NaCl ਦੀ ਮੋਲਰ ਕੰਡਕਟਿਵਿਟੀ ਨੂੰ ਲਿਖਣਾ ਹੈ ਅਕੋਰਡਿੰਗ ਟੂ ਕਰੋਸ਼ੀਅਸ ਲਾ, ਦੈਨ ਅਸੀਂ ਕਿਵੇਂ ਲਿਖਾਂਗੇ ਲੈਮਡਾ ਨੋਟ Na ਪੋਜ਼ਿਟਿਵ, ਲੈਮਡਾ ਨੋਟ Cl ਨੈਗੇਟਿਵ। ਅਗੇਨ KNO3 ਕਿਵੇਂ ਟੁੱਟੇਗਾ, K ਪੋਜ਼ਿਟਿਵ NO3 ਨੈਗੇਟਿਵ। ਮੈਗਨੀਸ਼ੀਅਮ ਕਲੋਰਾਈਡ ਇਹ ਕਿਵੇਂ ਟੁੱਟੇਗਾ, Mg2 ਪੋਜ਼ਿਟਿਵ ਔਰ ਇੱਧਰ Cl2 ਨੇ ਪਲੱਸ 2 Cl ਨੈਗੇਟਿਵ, 2 ਜਿਹੜਾ ਉਹ ਅੱਗੇ ਲੱਗੇਗਾ। ਐਲੂਮੀਨੀਅਮ ਸਲਫੇਟ ਜਿਹੜਾ ਇਹਦੀ ਮੋਲਰ ਕੰਡਕਟਿਵਿਟੀ ਨੂੰ ਅਸੀਂ ਕਿਵੇਂ ਰਿਪਰੈਜ਼ੈਂਟ ਕਰਾਂਗੇ, ਐਲੂਮੀਨੀਅਮ ਸਲਫੇਟ ਐਲੂਮੀਨੀਅਮ 3 ਪੋਜ਼ਿਟਿਵ 'ਚ ਟੁੱਟੇਗਾ ਪਲੱਸ ਸਲਫੇਟ 2 ਨੈਗੇਟਿਵ 'ਚ ਟੁੱਟੇਗਾ। ਇਹ ਸਾਨੂੰ ਪਤਾ ਹੀ ਹੈ ਇਹਨਾਂ ਦੀਆਂ ਵੈਲੈਂਸਿਸ ਜਿਹੜੀਆਂ ਆ। ਪਰ ਇੱਧਰ ਦੇਖੋ ਐਲੂਮੀਨੀਅਮ ਕਿੰਨੇ ਨੇ ਇਸ ਕੰਪਾਊਂਡ ਦੇ ਵਿੱਚ, 2 ਐਲੂਮੀਨੀਅਮ 3 ਪੋਜ਼ਿਟਿਵ ਪਲੱਸ 3 ਸਲਫੇਟ 2 ਨੈਗੇਟਿਵ। ਇਹਨਾਂ ਦੇ ਕੋਫੀਸ਼ੀਐਂਟ ਜਿਹੜੇ ਅਸੀਂ ਅੱਗੇ ਲਿਖਾਂਗੇ ਕਿ ਇਹਨਾਂ ਦੇ ਕਿੰਨੇ ਮੋਲ ਨੇ। ਨੈਕਸਟ ਇਜ਼ ਐਪਲੀਕੇਸ਼ਨਸ ਆਫ Corashi's law। First application is calculation of molar conductance at infinite dilution for weak electrolyte। Weak electrolytes ਦੀ molar conductance ਜਿਹੜੀ ਆ ਉਹ easily find ਨਹੀਂ ਹੋ ਸਕਦੀ, but with the help of Corashi's law we can easily find the molar conductance of weak electrolyte at infinite dilution। So as we know, it is not possible to determine the value of limiting molar conductivity at infinite dilution for weak electrolyte by the extrapolation of the graph। ਅਸੀਂ ਆਪਣੇ ਪ੍ਰੀਵੀਅਸ ਟੌਪਿਕ ਦੇ ਵਿੱਚ ਇਹ ਦੇਖਿਆ ਸੀ ਕਿ ਜਿਹੜੇ ਵੀਕ ਇਲੈਕਟ੍ਰੋਲਾਈਟ ਸੀ ਉਹਨਾਂ ਦੇ ਗ੍ਰਾਫ ਜਿਹੜਾ ਸੀ ਉਹ ਐਕਸਟਰਾਪੋਲੇਟ ਨਹੀਂ ਹੋ ਪਾਉਂਦਾ ਸੀ ਡਿਊ ਟੂ ਦਾ ਗੈਪ ਬਿਟਵੀਨ ਦਾ ਰੀਡਿੰਗਸ ਐਂਡ ਦਾ ਵਾਈ ਐਕਸਿਸ। ਇਸ ਕਰਕੇ ਉੱਥੇ ਉਹਨਾਂ ਦੀ ਮੋਲਰ ਕੰਡਕਟਿਵਿਟੀ ਜਿਹੜੀ ਫਾਈਂਡ ਕਰਨੀ ਡਿਫਿਕਲਟ ਸੀ, ਬਟ Corashi's law ਦੀ ਮਦਦ ਨਾਲ ਅਸੀਂ ਇਸ ਨੂੰ ਈਜ਼ਲੀ ਫਾਈਂਡ ਕਰ ਸਕਦੇ ਹਾਂ। ਦਿਸ ਕੈਨ ਬੀ ਕੈਲਕੂਲੇਟਡ ਬਾਏ ਦਾ Corashi's law। ਉਹ ਕਿਵੇਂ ਫਾਈਂਡ ਕਰਾਂਗੇ, ਵਿਦ ਦਾ ਹੈਲਪ ਆਫ ਸਟਰੋਂਗ ਇਲੈਕਟ੍ਰੋਲਾਈਟ। ਲੈਟ ਅਸ ਕੈਲਕੂਲੇਟ ਦਾ ਲਿਮਿਟਿੰਗ ਮੋਲਰ ਕੰਡਕਟਿਵਿਟੀ ਫॉर ਐਸਟਿਕ ਐਸਿਡ। ਅਕੋਰਡਿੰਗ ਟੂ Corashi's law, ਅਗਰ ਅਸੀਂ ਐਸਟਿਕ ਐਸਿਡ ਨੂੰ ਲਿਖਾਂਗੇ ਤੇ ਕਿਵੇਂ ਟੁੱਟੇਗਾ, ਕੇਟਾਇਨ ਤੇ ਐਨਾਇਨ ਦੇ ਵਿੱਚ ਲੈਮਡਾ ਨੋਟ CH3CO ਨੈਗੇਟਿਵ ਪਲੱਸ ਲੈਮਡਾ ਨੋਟ H ਪੋਜ਼ਿਟਿਵ। ਹੁਣ ਇਸ ਇਕੁਏਸ਼ਨ ਦੀ ਮੋਲਰ ਕੰਡਕਟਿਵਿਟੀ ਨੂੰ ਫਾਈਂਡ ਕਰਨ ਲਈ ਸਾਨੂੰ ਸਟਰੋਂਗ ਇਲੈਕਟ੍ਰੋਲਾਈਟ ਲੈਣੇ ਪੈਣਗੇ। ਉਹਨਾਂ ਤੇ ਫਿਰ ਅਸੀਂ Corashi's law ਜਿਹੜਾ ਹੈ ਅਪਲਾਈ ਕਰਾਂਗੇ। ਫੋਰ ਐਗਜ਼ਾਮਪਲ HCl, NaCl, ਸੋਡੀਅਮ ਐਸੀਟੇਟ। ਸਭ ਤੋਂ ਪਹਿਲਾਂ ਤੁਸੀਂ ਸੋਡੀਅਮ ਐਸੀਟੇਟ ਲਿਖੋ, ਲੈਮਡਾ ਨੋਟ CH3CONA। ਇਹਨੂੰ Corashi's law ਦੇ ਅਕੋਰਡਿੰਗ ਅਸੀਂ ਲਿਖਾਂਗੇ ਤੇ ਕਿਵੇਂ ਅਗੇਨ ਇਹ ਟੁੱਟੇਗਾ, ਕੇਟਾਇਨ ਤੇ ਐਨਾਇਨ ਦੇ ਵਿੱਚ ਲੈਮਡਾ ਨੋਟ CH3CO ਨੈਗੇਟਿਵ ਪਲੱਸ ਲੈਮਡਾ ਨੋਟ Na ਪੋਜ਼ਿਟਿਵ।
HCl ਨੂੰ ਵੀ ਅਗੇਨ ਇੱਦਾਂ ਹੀ ਲਿਖਾਂਗੇ ਲੈਮਡਾ ਨੋਟ H ਪੋਜ਼ਿਟਿਵ ਪਲੱਸ ਲੈਮਡਾ ਨੋਟ Cl ਨੈਗੇਟਿਵ ਅਕੋਰਡਿੰਗ ਟੂ ਕੁਰਾਸ਼ੀਅਸ ਲੋ। NaCl ਨੂੰ ਲੈਮਡਾ ਨੋਟ Na ਪੋਜ਼ਿਟਿਵ ਪਲੱਸ ਲੈਮਡਾ ਨੋਟ NaCl ਨੈਗੇਟਿਵ। ਇਹਨਾਂ ਨੂੰ ਇਕੁਏਸ਼ਨ ਨੰਬਰਸ ਦੇ ਦਿਓ। This is our equation number 1, this is equation number 2, this is equation number 3 and equation number 4। ਹੁਣ ਫਸਟ ਵਾਲੀ ਇਕੁਏਸ਼ਨ ਦੇਖੋ ਜਿਹੜੀ ਕਿ ਵੀਕ ਇਲੈਕਟ੍ਰੋਲਾਈਟ ਸੀ ਔਰ ਜਿਹਦੀ ਮੋਲਰ ਕੰਡਕਟਿਵਿਟੀ ਨੂੰ ਫਾਈਂਡ ਕਰਨਾ ਡਿਫਿਕਲਟ ਸੀ। ਇਸ ਵਾਲੀ ਇਕੁਏਸ਼ਨ ਦੇ ਵਿੱਚ ਅਗਰ ਅਸੀਂ ਇੱਕ ਸਟਰੋਂਗ ਇਲੈਕਟ੍ਰੋਲਾਈਟ ਦੀ ਮੋਲਰ ਕੰਡਕਟਿਵਿਟੀ ਨੂੰ ਐਡ ਕਰ ਦਈਏ ਤੇ ਸਬਟਰੈਕਟ ਵੀ ਕਰ ਦਈਏ। ਦੇਖੋ CH ਇਹ ਵਾਲੀ ਇਕੁਏਸ਼ਨ ਲਓ CH3CO ਨੈਗੇਟਿਵ ਪਲੱਸ ਲੈਮਡਾ ਨੋਟ H ਪੋਜ਼ਿਟਿਵ। ਠੀਕ ਹੈ, ਇਸ ਵਾਲੀ ਇਕੁਏਸ਼ਨ 'ਚ ਤੁਸੀਂ ਕੀ ਕਰੋ Na ਪੋਜ਼ਿਟਿਵ ਤੇ Cl ਨੈਗੇਟਿਵ ਐਡ ਵੀ ਕਰ ਦਿਓ ਤੇ ਸਬਟਰੈਕਟ ਵੀ ਕਰ ਦਿਓ। ਜਿੱਦਾਂ ਮੈਂ ਇੱਥੇ ਕੀਤਾ ਲੈਮਡਾ ਨੋਟ Na ਪੋਜ਼ਿਟਿਵ ਐਡ ਕਰਤਾ, ਲੈਮਡਾ ਨੋਟ Cl ਨੈਗੇਟਿਵ ਵੀ ਐਡ ਹੋ ਗਿਆ ਨਾ, NaCl ਐਡ ਹੋ ਗਿਆ, ਨਾਲ ਹੀ ਸਬਟਰੈਕਟ ਵੀ ਕਰਦਾ ਤਾਂ ਜੋ ਜਿਹੜੀ ਇਕੁਏਸ਼ਨ ਹੈ ਨਿਊਟਰਲ ਰਹੇ। ਲੈਮਡਾ ਨੋਟ Na ਪੋਜ਼ਿਟਿਵ ਪਲੱਸ ਲੈਮਡਾ ਨੋਟ Cl ਨੈਗੇਟਿਵ ਸਬਟਰੈਕਟ ਵੀ ਕਰ ਦਿੱਤਾ। ਹੁਣ ਦੇਖੋ ਇਸ ਇਕੁਏਸ਼ਨ 'ਚ ਅਸੀਂ ਕੀ ਦੇਖਾਂਗੇ, ਲੈਮਡਾ ਨੋਟ CH3CO ਨੈਗੇਟਿਵ ਐਂਡ ਲੈਮਡਾ ਨੋਟ Na ਪੋਜ਼ਿਟਿਵ ਇਹ ਕਿਸ ਦੇ ਇਕੁਅਲ ਹੈ, ਲੈਮਡਾ ਨੋਟ CH3CO Na ਜੋ ਕਿ ਇੱਕ ਸਟਰੋਂਗ ਇਲੈਕਟ੍ਰੋਲਾਈਟ ਹੈ। ਇਹਦੀ ਮੋਲਰ ਕੰਡਕਟਿਵਿਟੀ ਨੂੰ ਫਾਈਂਡ ਕਰਨਾ ਈਜ਼ਲੀ ਐਜ਼ ਕੰਪੇਅਰ ਟੂ ਵੀਕ ਇਲੈਕਟ੍ਰੋਲਾਈਟ, ਉਹ ਅਸੀਂ ਇੱਥੇ ਪੁੱਟ ਕਰ ਦਾਂਗੇ। ਅਗੇਨ ਇਸੇ ਤਰ੍ਹਾਂ ਲੈਮਡਾ ਨੋਟ H ਪੋਜ਼ਿਟਿਵ ਐਂਡ ਲੈਮਡਾ ਨੋਟ Cl ਨੈਗੇਟਿਵ ਕਿਹਦੇ ਇਕੁਅਲ ਹੈ, HCl ਦੇ, ਜੋ ਕਿ ਅਗੇਨ ਇੱਕ ਸਟਰੋਂਗ ਇਲੈਕਟ੍ਰੋਲਾਈਟ ਹੈ ਔਰ Na ਪੋਜ਼ਿਟਿਵ Cl ਨੈਗੇਟਿਵ ਇਜ਼ ਇਕੁਅਲ ਟੂ ਦਾ ਮੋਲਰ ਕੰਡਕਟਿਵਿਟੀ ਆਫ NaCl। ਅਸੀਂ ਇਕੁਏਸ਼ਨਸ ਤੋਂ ਦੇਖਿਆ ਕਿ ਲੈਮਡਾ ਨੋਟ CH3CO Na ਦੇ ਇਕੁਅਲ ਸੀ, ਜੋ ਸਾਡਾ ਲੈਮਡਾ ਨੋਟ CH3CO ਨੈਗੇਟਿਵ ਐਂਡ ਲੈਮਡਾ ਨੋਟ Na ਪੋਜ਼ਿਟਿਵ ਸੀ। ਅਸੀਂ ਉਹਦੀ ਜਗ੍ਹਾ ਇਹਨੂੰ ਪੁੱਟ ਕਰ ਲਿਆ, HCl ਨੂੰ ਪੁੱਟ ਕਰ ਲਿਆ ਔਰ NaCl ਨੂੰ ਪੁੱਟ ਕਰ ਲਿਆ। ਇਹਨਾਂ ਦੀਆਂ ਮੋਲਰ ਕੰਡਕਟਿਵਿਟੀਜ਼ ਈਜ਼ਲੀ ਫਾਈਂਡ ਕਰ ਸਕਦੇ ਆ ਬਾय द एक्सट्रापोलेशन ऑफ द ग्राफ। सो ਅਸੀਂ ਕੀ ਕੀਤਾ, ਆਪਣੇ ਵੀਕ ਇਲੈਕਟ੍ਰੋਲਾਈਟ ਨੂੰ ਬੇਸਿਕਲੀ ਸਟਰੋਂਗ ਇਲੈਕਟ੍ਰੋਲਾਈਟ ਦੇ ਵਿੱਚ ਚੇਂਜ ਕਰ ਲਿਆ ਵਿਦ ਦ ਹੈਲਪ ਆਫ ਕੁਰਾਸ਼ੀਅਸ ਲੋ। ਸੋ ਇਸ ਤਰੀਕੇ ਨਾਲ ਅਸੀਂ ਮੋਲਰ ਕੰਡਕਟੈਂਸ ਕਿਸੇ ਵੀਕ ਇਲੈਕਟ੍ਰੋਲਾਈਟ ਦੀ ਫਾਈਂਡ ਕਰ ਸਕਦੇ ਹਾਂ ਐਟ ਇਨਫਾਈਨਾਈਟ ਡਾਇਲੂਸ਼ਨ। ਨੈਕਸਟ ਐਪਲੀਕੇਸ਼ਨ ਇਜ਼ ਕੈਲਕੂਲੇਸ਼ਨ ਆਫ ਡਿਗਰੀ ਆਫ ਡਿਸੋਸੀਏਸ਼ਨ ਯਾਨੀ ਕਿ DOD ਆਫ ਵੀਕ ਇਲੈਕਟ੍ਰੋਲਾਈਟਸ। ਅਸੀਂ ਕਿਸੇ ਵੀ ਵੀਕ ਇਲੈਕਟ੍ਰੋਲਾਈਟ ਦੀ ਡਿਗਰੀ ਆਫ ਡਿਸੋਸੀਏਸ਼ਨ ਵੀ ਫਾਈਂਡ ਕਰ ਸਕਦੇ ਹਾਂ। ਕਿਵੇਂ, ਆਓ ਦੇਖੀਏ। ਮੋਲਰ ਕੰਡਕਟੈਂਸ ਡਿਪੈਂਡ ਅਪਨ ਦ ਡਿਗਰੀ ਆਫ ਡਿਸੋਸੀਏਸ਼ਨ, ਹਾਇਰ ਦ ਡਿਗਰੀ ਆਫ ਡਿਸੋਸੀਏਸ਼ਨ ਲਾਰਜਰ ਦਾ ਮੋਲਰ ਕੰਡਕਟੈਂਸ। ਹਾਂਜੀ, ਜਿੱਦਾਂ ਕਿ ਸਾਨੂੰ ਪਤਾ ਹੀ ਹੈ ਜਿੰਨੀ ਜ਼ਿਆਦਾ ਡਿਗਰੀ ਆਫ ਡਿਸੋਸੀਏਸ਼ਨ ਹੋਏਗੀ ਓਨੀ ਮੋਲਰ ਕੰਡਕਟੈਂਸ ਜ਼ਿਆਦਾ ਹੋਏਗੀ। ਡਿਗਰੀ ਆਫ ਡਿਸੋਸੀਏਸ਼ਨ ਦਾ ਬੇਸਿਕਲੀ ਕੀ ਮਤਲਬ ਹੈ ਕਿ ਕਿੰਨੇ ਨੰਬਰ ਆਫ ਆਇਨਸ ਜਿਹੜੇ ਆ ਤੁਹਾਡੇ, ਕਿੰਨੇ ਨੰਬਰ ਆਫ ਇਲੈਕਟ੍ਰੋਲਾਈਟਸ ਜਿਹੜੇ ਆ ਆਇਨਸ 'ਚ ਕਨਵਰਟ ਹੋ ਗਏ ਆ, ਉਹਦੀ ਫ੍ਰੈਕਸ਼ਨ ਦੇਖਦੇ ਹਾਂ ਅਸੀਂ। ਜਿੰਨੇ ਨੰਬਰ ਆਫ ਆਇਨਸ ਸੋल्यूशन देगा उन्नी मोलर कंडक्टेंस ज़्यादा होएगी, क्योंकि ਅਸੀਂ ਕੋਲਾਸ਼ੀਅਸ ਲੋ ਪੜ੍ਹਿਆ ਹੀ ਹੈ ਕਿ ਸੋल्यूशन ਦੀ ਮੋਲਰ ਕੰਡਕਟਿਵਿਟੀ ਨੂੰ ਵਧਾਉਣ ਵਾਸਤੇ ਈਚ ਆਇਨ ਆਪਣਾ ਅਲੱਗ ਤੋਂ ਕੰਟਰੀਬਿਊਟ ਕਰਦਾ। ਸੋ ਇੱਥੇ ਇਹਦਾ ਇਹੀ ਮਤਲਬ ਹੈ ਕਿ ਜਿੰਨੀ ਜ਼ਿਆਦਾ DOD ਹੋਏਗੀ ਓਨੀ ਮੋਲਰ ਕੰਡਕਟੈਂਸ ਜ਼ਿਆਦਾ ਹੋਏਗੀ। ਸੋ ਇਸ ਕੇਸ ਦੇ ਵਿੱਚ ਸਾਡਾ ਜਿਹੜਾ ਲੈਮਡਾ ਹੈ ਉਹ ਕਿਹਦੇ ਇਕੁਅਲ ਹੋਏਗਾ, ਲੈਮਡਾ ਨੋਟ ਐਟ ਇਨਫਾਈਨਾਈਟ ਡਾਇਲੂਸ਼ਨ। ਜਦੋਂ ਤੁਹਾਡਾ ਸੋल्यूशन ਬਹੁਤ ਜ਼ਿਆਦਾ डायल्यूट है उस केस ਦੇ ਵਿੱਚ ਤੁਹਾਡੀ ਮੋਲਰ ਕੰਡਕਟਿਵਿਟੀ ਜਿਹੜੀ ਆ ਐਟ ਇਨਫਾਈਨਾਈਟ ਡਾਇਲੂਸ਼ਨ ਦੇ ਇਕੁਅਲ ਹੋ ਜਾਏਗੀ ਵੈਨ ਕੰਸਨਟ੍ਰੇਸ਼ਨ ਅਪਰੋਚਸ ਟੂ 0। ਇੱਥੇ ਲੈਮਡਾ C ਇਹਦਾ ਕੀ ਮਤਲਬ ਹੈ, ਮੋਲਰ ਕੰਡਕਟੈਂਸ ਐਟ ਐਨੀ ਕੰਸਨਟ੍ਰੇਸ਼ਨ, ਲੈਮਡਾ ਨੋਟ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਾਇਲੂਸ਼ਨ। ਸੋ ਡਿਗਰੀ ਆਫ ਡਿਸੋਸੀਏਸ਼ਨ ਕੀ ਆਏਗਾ ਕਿ ਤੁਸੀਂ ਮੋਲਰ ਕੰਡਕਟੈਂਸ ਐਟ ਐਨੀ ਕੰਸਨਟ੍ਰੇਸ਼ਨ ਨੂੰ ਡਿਵਾਈਡ ਕਰੋਗੇ ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਾਇਲੂਸ਼ਨ। ਨੈਕਸਟ ਐਪਲੀਕੇਸ਼ਨ ਇਜ਼ ਕੈਲਕੂਲੇਸ਼ਨ ਆਫ ਡਿਸੋਸੀਏਸ਼ਨ ਕਾਂਸਟੈਂਟ ਆਫ ਵੀਕ ਇਲੈਕਟ੍ਰੋਲਾਈਟ। ਕੋਲਾਸ਼ੀਅਸ ਲੋ ਦੀ ਮਦਦ ਨਾਲ ਅਸੀਂ ਵੀਕ ਇਲੈਕਟ੍ਰੋਲਾਈਟ ਦਾ ਡਿਸੋਸੀਏਸ਼ਨ ਕਾਂਸਟੈਂਟ ਵੀ ਫਾਈਂਡ ਕਰ ਸਕਦੇ ਹਾਂ ਬਾय ਦਿਸ ਫਾਰਮੂਲਾ K ਇਜ਼ ਇਕੁਅਲ ਟੂ C alpha square upon 1 minus alpha। ਹੁਣ ਅਲਫਾ ਕੀ ਹੈ ਇੱਥੇ, ਡਿਗਰੀ ਆਫ ਡਿਸੋਸੀਏਸ਼ਨ, ਇਹਨੂੰ ਉੱਪਰ ਅਸੀਂ ਫਾਈਂਡ ਕੀਤਾ। ਇਟ ਇਜ਼ ਇਕੁਅਲ ਟੂ ਮੋਲਰ ਕੰਡਕਟੈਂਸ ਐਟ ਐਨੀ ਕੰਸਨਟ੍ਰੇਸ਼ਨ ਡਿਵਾਈਡਡ ਬਾय ਮੋਲਰ ਕੰਡਕਟੈਂਸ ਐਟ ਇਨਫਾਈਨਾਈਟ ਡਾਇਲੂਸ਼ਨ। ਤੁਸੀਂ ਇਹਨੂੰ ਪੁੱਟ ਕਰੋ ਇੱਥੇ, ਔਰ ਪੁੱਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਇਹ ਰਿਲੇਸ਼ਨ ਹੈ ਇਸ ਇਕੁਏਸ਼ਨ 'ਚ ਚੇਂਜ ਹੋ ਜਾਏਗਾ। C ਅਲਫਾ ਦਾ ਸਕੁਅਰ ਡਿਵਾਈਡਡ ਬਾय ਲੈਮਡਾ ਨੋਟ ਬ੍ਰੈਕਟ ਲੈਮਡਾ ਨੋਟ ਮਾਈਨਸ ਲੈਮਡਾ। ਇੱਥੇ ਲੈਮਡਾ ਜਿਹੜਾ ਆ ਉਹ
मोलर कंडक्टेंस है एट एनी कंसनट्रेशन। नेक्स्ट एप्लीकेशन इज कैलकुलेशन ऑफ सोलबिलिटी ऑफ स्प्रैंगली सोलूबल सॉल्ट्स। स्प्रैंगली सोलूबल सॉल्ट ਉਹ ਸੋਲਟ ਹੁੰਦੇ ਆ ਜਿਹੜੇ ਸੋਲਿਊਸ਼ਨ ਦੇ ਵਿੱਚ ਲੈਜ਼ਰ ਅਮਾਊਂਟ ਦੇ ਵਿੱਚ ਡਿਜ਼ੋਲਵ ਹੁੰਦੇ ਆ, ਜਾਂ ਕਹਿ ਲਓ ਕਿ ਵੈਰੀ ਲਿਟਲ ਐਕਸਟੈਂਟ। ਸੋ ਇਹਨਾਂ ਦੀ ਐਗਜ਼ਾਮਪਲਸ ਕਿਆ ਕਿਆ ਹੋ ਸਕਦੀਆਂ? ਸਿਲਵਰ ਕਲੋਰਾਈਡ, ਲੈਡ ਸਲਫੇਟ, ਬੇਰੀਅਮ ਸਲਫੇਟ, ਇੱਦਾਂ ਦੇ ਸੋਲਟ ਨੇ ਜਿਹੜੇ ਪਾਣੀ ਦੇ ਵਿੱਚ ਬਹੁਤ ਘੱਟ ਕੁਆਂਟਿਟੀ ਦੇ ਵਿੱਚ ਡਿਜ਼ੋਲਵ ਹੁੰਦੇ ਆ। ਸੋ ਅਗਰ ਅਸੀਂ ਇਹਨਾਂ ਦੀ ਸੋਲੂਬਿਲਿਟੀ ਫਾਈਂਡ ਕਰਨੀ ਹੈ ਤੇ ਸੋਲੂਬਿਲਿਟੀ ਫਾਈਂਡ ਕਰਨ ਲਈ ਸਾਨੂੰ ਇਹਨਾਂ ਦੀ ਸੋਲੂਬਿਲਿਟੀ ਨੂੰ ਇਹਨਾਂ ਦੀ ਕੌਨਸਨਟ੍ਰੇਸ਼ਨ ਦੇ ਇਕੁਅਲ ਲੈਣਾ ਪੈਂਦਾ। ਸਿੰਸ these dissolve only to a small extent, their solution are considered as infinite dilute। ਕਿਉਂਕਿ ਸੋਲਿਊਟ ਤੇ ਬਹੁਤ ਘੱਟ ਅਮਾਊਂਟ ਦੇ ਵਿੱਚ ਇਹਨਾਂ ਦਾ ਡਿਜ਼ੋਲਵ ਹੋ ਰਿਹਾ, ਇਸ ਕਰਕੇ ਇਹਨਾਂ ਦੇ ਸੋਲਿਊਸ਼ਨਸ ਨੂੰ ਅਸੀਂ ਫਿਰ ਇਨਫਾਈਨਾਈਟ ਡਾਇਲੂਟ ਕੰਸੀਡਰ ਕਰਦੇ ਹਾਂ, ਔਰ ਇਹਨਾਂ ਦੀ ਕੌਨਸਨਟ੍ਰੇਸ਼ਨ ਨੂੰ ਫਿਰ ਅਸੀਂ ਸੋਲੂਬਿਲਿਟੀ ਦੇ ਇਕੁਅਲ ਲੈ ਕੇ ਇਹਨਾਂ ਦੀ ਸੋਲੂਬਿਲਿਟੀ ਫਾਈਂਡ ਕਰ ਸਕਦੇ ਹਾਂ। ਸੋ ਇੱਥੇ ਅਸੀਂ ਮੋਲਰ ਕੰਡਕਟਿਵਿਟੀ ਵਾਲਾ ਰਿਲੇਸ਼ਨ ਯੂਜ਼ ਕਰਾਂਗੇ। ਮੋਲਰ ਕੰਡਕਟਿਵਿਟੀ ਐਟ ਇਨਫਾਈਨਾਈਟ ਡਿਲੂਸ਼ਨ ਕਿਹਦੇ ਇਕੁਅਲ ਹੁੰਦੀ ਹੈ? ਕਾਪਾ ਇੰਟੂ 1000 ਡਿਵਾਈਡਡ ਬਾਏ ਮੋਲੈਰਿਟੀ। ਸੋ ਇਹਦੀ ਜਿਹੜੀ ਮੋਲੈਰਿਟੀ ਹੈ, ਇਹ ਵਾਲੇ ਸੌਲਟਸ ਦੀ ਮੋਲੈਰਿਟੀ ਨੂੰ ਅਸੀਂ ਕੌਨਸਨਟ੍ਰੇਸ਼ਨ ਦੇ ਇਕੁਅਲ ਲੈਂਦੇ ਹਾਂ, ਮਤਲਬ ਇਹਨਾਂ ਦੀ ਸੋਲੂਬਿਲਿਟੀ ਨੂੰ ਅਸੀਂ ਕੌਨਸਨਟ੍ਰੇਸ਼ਨ ਦੇ ਇਕੁਅਲ ਅਜ਼ਿਊਮ ਕਰ ਲੈਂਦੇ ਹਾਂ। ਸੋ ਮੋਲੈਰਿਟੀ ਇਜ਼ ਏ ਕੌਨਸਨਟ੍ਰੇਸ਼ਨ। ਸੋ ਇੱਥੇ ਦੀ ਸੋਲੂਬਿਲਿਟੀ ਨੂੰ ਅਸੀਂ ਜਿਹੜੀ ਹੈ ਕੌਨਸਨਟ੍ਰੇਸ਼ਨ ਹੀ ਅਜ਼ਿਊਮ ਕਰਾਂਗੇ। ਸੋ ਇਹ ਕਿਆ ਆ ਜਾਏਗਾ? ਕਾਪਾ ਇੰਟੂ 1000 ਡਿਵਾਈਡਡ ਬਾਏ ਸੋਲੂਬਿਲਿਟੀ। ਸੋ ਸੋਲੂਬਿਲਿਟੀ ਇੱਧਰ ਲੈ ਜਾਓ। ਸੋ ਕਿਆ ਆ ਜਾਏਗਾ? ਕਾਪਾ ਇੰਟੂ 1000 ਡਿਵਾਈਡਡ ਬਾਏ ਲੈਮਡਾ ਐਮ ਨੋਟ। ਤਾਂ ਲੈਮਡਾ ਐਮ ਅਸੀਂ ਕਿੱਦਾਂ ਫਾਈਂਡ ਕਰਨਾ? ਅਗੇਨ ਵਿਦ ਦਾ ਹੈਲਪ ਆਫ ਕੁਰਾਸ਼ੀਅਸ ਲੋ। ਲੈਮਡਾ ਨੋਟ ਏ ਜੀ ਪੋਜ਼ਿਟਿਵ ਐਂਡ ਲੈਮਡਾ ਨੋਟ ਸੀ ਐਲ ਨੈਗੇਟਿਵ, ਇਹਨਾਂ ਦੀ ਅਲੱਗ ਤੋਂ ਵੈਲਿਊਜ਼ ਨਿਕਾਲ ਕੇ ਅਸੀਂ ਪੁੱਟ ਕਰਕੇ ਇਹਨਾਂ ਦੀ ਮੋਲਰ ਕੰਡਕਟਿਵਿਟੀ ਜਿਹੜੀ ਆ ਉਹ ਫਾਈਂਡ ਕਰ ਸਕਦੇ ਹਾਂ। ਸੋ ਦਿਸ ਇਜ਼ ਆਲ ਅਬਾਊਟ ਦਾ ਕੁਰਾਸ਼ੀਅਸ ਲੋ ਐਂਡ applications. Thank you.